ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਟੀਵੀ ਪੰਜਾਬ। ਮੈਂ ਹਾਂ ਜਸਵੀਰ ਤੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ। ਸਭ ਤੋਂ ਪਹਿਲਾਂ ਨਜ਼ਰ ਪਾਉਂਦੇ ਹਾਂ ਹੈਡਲਾਈਨਸ ਤੇ। ਕੈਨੇਡਾ 에ਅਰਲਾਈਨ ਨੂੰ $838 ਮਿਲੀਅਨ ਦਾ ਹੋਇਆ ਮੁਨਾਫਾ। ਦੂਸਰੀ ਤਿਮਾਹੀ ਦੌਰਾਨ 에ਅਰ ਕੈਨੇਡਾ 'ਚ ਦੁਨੀਆ ਭਰ 'ਚ 11 ਮਿਲੀਅਨ ਲੋਕਾਂ ਨੇ ਕੀਤਾ ਸਫ਼ਰ। ਕੈਨੇਡਾ ਨੇ 2024 'ਚ 4,51,000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਰੱਖਿਆ ਟੀਚਾ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕੈਨੇਡਾ ਦੇ ਰਿਹਾਇਸ਼ੀ ਸੰਕਟ ਨੂੰ ਵੀ ਨਵੇਂ ਪ੍ਰਵਾਸੀਆਂ ਦੀ ਸਹਾਇਤਾ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਹੱਲ। ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਨੂੰ ਹਟਾਇਆ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚੋਂ। ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ। ਕੰਜ਼ਰਵੇਟਿਵ ਪਾਰਟੀ ਨੇ ਮਲਟੀ ਮਿਲੀਅਨ ਡਾਲਰਾਂ ਦੀ ਵਿਗਿਆਪਨ ਮੁਹਿੰਮ ਕੀਤੀ ਸ਼ੁਰੂ। ਵਿਗਿਆਪਨ 'ਚ ਪੀਅਰ ਪੋਲੇਵਰ ਨੂੰ ਇੱਕ ਪਰਿਵਾਰਕ ਵਿਅਕਤੀ ਵਜੋਂ ਦਰਸਾਇਆ ਗਿਆ ਜੋ ਦੇਸ਼ ਨੂੰ ਠੀਕ ਕਰਨਾ ਚਾਹੁੰਦਾ ਹੈ। ਅੰਤਰਰਾਸ਼ਟਰੀ ਯਾਤਰਾ ਦੀ ਵੱਧਦੀ ਮੰਗ ਅਤੇ ਮਹਿੰਗੀਆਂ ਟਿਕਟਾਂ ਦੇ ਚੱਲਦਿਆਂ ਤਾਜ਼ਾ ਤਿਮਾਹੀ 'ਚ 에ਅਰ ਕੈਨੇਡਾ ਨੂੰ $838 ਮਿਲੀਅਨ ਦਾ ਮੁਨਾਫਾ ਹੋਇਆ ਹੈ। ਦੂਸਰੀ ਤਿਮਾਹੀ ਦੌਰਾਨ 에ਅਰ ਕੈਨੇਡਾ 'ਚ ਦੁਨੀਆ ਭਰ 'ਚ 11 ਮਿਲੀਅਨ ਲੋਕਾਂ ਨੇ ਸਫ਼ਰ ਕੀਤਾ ਜੋ ਕਿ ਪਿਛਲੇ ਸਾਲ ਦੀ ਤੁਲਨਾ 'ਚ 23% ਵਾਧਾ ਹੈ। ਅੰਤਰਰਾਸ਼ਟਰੀ ਯਾਤਰਾ ਦੀ ਵੱਧਦੀ ਮੰਗ ਅਤੇ ਮਹਿੰਗੀਆਂ ਟਿਕਟਾਂ ਦੇ ਚੱਲਦਿਆਂ ਤਾਜ਼ਾ ਤਿਮਾਹੀ 'ਚ 에ਅਰ ਕੈਨੇਡਾ ਨੂੰ $838 ਮਿਲੀਅਨ ਦਾ ਮੁਨਾਫਾ ਹੋਇਆ ਹੈ। ਮੌਂਟਰੀਅਲ ਆਧਾਰਿਤ 에ਅਰਲਾਈਨ ਵੱਲੋਂ ਸ਼ੁੱਕਰਵਾਰ ਨੂੰ ਜਾਰੀ ਕੀਤੇ ਅੰਕੜੇ ਦੱਸਦੇ ਨੇ ਕਿ ਕੰਪਨੀ ਦੀ ਵਿੱਤੀ ਸਥਿਤੀ ਮਹਾਮਾਰੀ ਤੋਂ ਪਹਿਲਾਂ ਦੇ ਪੱਧਰ ਨਾਲੋਂ ਵੀ ਬਿਹਤਰ ਹੋ ਗਈ ਹੈ। ਅਪ੍ਰੈਲ ਤੋਂ ਜੂਨ ਦੀ ਤਿਮਾਹੀ ਦੌਰਾਨ 에ਅਰਲਾਈਨ ਦੀ ਆਮਦਨੀ 5.43 ਬਿਲੀਅਨ ਦਰਜ ਹੋਈ ਜੋ ਕਿ 1 ਸਾਲ ਪਹਿਲਾਂ ਇਸ ਸਮੇਂ ਕਾਲ ਦੌਰਾਨ 3.98 ਬਿਲੀਅਨ ਦਰਜ ਹੋਈ ਸੀ। ਇਸ ਸਾਲ ਕੰਪਨੀ ਦੀ ਨੈੱਟ ਆਮਦਨ 838 ਮਿਲੀਅਨ ਰਹੀ ਜਦਕਿ ਪਿਛਲੇ ਸਾਲ ਕੰਪਨੀ ਨੇ ਇਸੇ ਸਮੇਂ ਕਾਲ ਦੇ 'ਚ 386 ਮਿਲੀਅਨ ਦਾ ਘਾਟਾ ਦਰਜ ਕੀਤਾ ਸੀ। ਵਿਸ਼ਲੇਸ਼ਕਾਂ ਦਾ ਕਹਿਣਾ ਹੈ ਕਿ ਮਹਿੰਗੀਆਂ ਟਿਕਟਾਂ ਨੇ ਵੀ ਮੁਨਾਫੇ ਵਧਾਉਣ ਵਿੱਚ ਯੋਗਦਾਨ ਪਾਇਆ ਹੈ। RBC ਡੋਮੀਨੀਅਨ 'ਚ ਸਿਕਿਉਰਿਟੀਜ਼ ਵਿਸ਼ਲੇਸ਼ਕ ਵਾਲਟਰ ਸਪ੍ਰੈਕਲਿਨ ਨੇ ਕਿਹਾ ਹੈ ਕਿ ਗਾਹਕਾਂ ਦੀ ਮੰਗ, ਭਰੇ ਜਹਾਜ਼ਾਂ, ਮਹਿੰਗੀਆਂ ਟਿਕਟਾਂ ਅਤੇ ਤੇਲ ਦੀਆਂ ਘੱਟ ਲਾਗਤਾਂ ਨੇ 에ਅਰ ਕੈਨੇਡਾ ਲਈ ਮੁਨਾਫਾ ਬਟੋਰਿਆ ਹੈ। 에ਅਰਲਾਈਨ ਦੇ CEO ਮਾਈਕਲ ਰੂਸੋ ਨੇ ਕੰਪਨੀ ਦੀ ਚੰਗੀ ਕਾਰਗੁਜ਼ਾਰੀ ਦਾ ਸਿਹਰਾ ਅੰਤਰਰਾਸ਼ਟਰੀ ਯਾਤਰੀਆਂ ਨੂੰ ਪਹਿਨਾਇਆ ਹੈ। ਉਨ੍ਹਾਂ ਦੱਸਿਆ ਕਿ ਸਾਲ ਦਰ ਸਾਲ ਪੱਧਰ ਤੇ ਹੋਏ ਆਮਦਨੀ ਵਾਧੇ ਦਾ 2/3 ਤੋਂ ਵੱਧ ਹਿੱਸਾ ਅੰਤਰਰਾਸ਼ਟਰੀ ਯਾਤਰਾਵਾਂ ਦੇ ਸਦਕੇ ਹੋਇਆ ਹੈ। ਰੂਸੋ ਨੇ ਦੱਸਿਆ ਕਿ ਦੂਸਰੀ ਤਿਮਾਹੀ ਦੌਰਾਨ 에ਅਰ ਕੈਨੇਡਾ 'ਚ ਦੁਨੀਆ ਭਰ 'ਚ 11 ਮਿਲੀਅਨ ਲੋਕਾਂ ਨੇ ਸਫ਼ਰ ਕੀਤਾ ਜੋ ਕਿ ਪਿਛਲੇ ਸਾਲ ਦੀ ਤੁਲਨਾ 'ਚ 23% ਵਾਧਾ ਹੈ। ਵਿੱਤੀ ਜਹਾਜ਼ ਤੇ ਚੰਗੀ ਕਾਰਗੁਜ਼ਾਰੀ ਦੇ ਬਾਵਜੂਦ ਰੂਸੋ ਨੇ ਸਵੀਕਾਰ ਕੀਤਾ ਕਿ ਕੰਪਨੀ 'ਚ ਸੁਧਾਰਾਂ ਦੀ ਜ਼ਰੂਰਤ ਹੈ। 에ਅਰਲਾਈਨ ਦੀ ਸੰਚਾਰ ਪ੍ਰਣਾਲੀ ਮਈ 'ਚ ਇੱਕ ਦਿਨ ਲਈ ਤੇ ਜੂਨ 'ਚ ਦੁਬਾਰਾ ਠੱਪ ਹੋ ਗਈ ਸੀ ਜਿਸ ਦੇ ਕਾਰਨ ਹਜ਼ਾਰਾਂ ਯਾਤਰੀ ਖੱਜਲ ਖੁਆਰ ਹੋਏ ਸਨ। ਸ਼ੁਰੂਆਤ 'ਚ ਹਜ਼ਾਰਾਂ ਯਾਤਰੀਆਂ ਨੂੰ ਮੁਆਵਜ਼ੇ ਦੇਣ ਤੋਂ ਮੁਨਕਰ ਹੋਣ ਤੋਂ ਬਾਅਦ 에ਅਰਲਾਈਨ ਨੇ ਬਾਅਦ 'ਚ ਪ੍ਰਭਾਵਿਤ ਯਾਤਰੀਆਂ ਨੂੰ ਮੁਆਵਜ਼ੇ ਦੇਣੇ ਸ਼ੁਰੂ ਕੀਤੇ ਸਨ। ਰੂਸੋ ਨੇ ਇਹ ਵੀ ਕਿਹਾ ਕਿ ਬਿਹਤਰ ਸਾਧਨਾਂ ਤੇ ਟ੍ਰੇਨਿੰਗ ਦੇ ਬਾਵਜੂਦ ਜੂਨ ਅਤੇ ਜੁਲਾਈ ਦੌਰਾਨ 에ਅਰਲਾਈਨ ਦਾ ਕੰਮਕਾਜ ਉਮੀਦ ਤੇ ਖਰਾ ਨਹੀਂ ਉਤਰਿਆ। ਉਨ੍ਹਾਂ ਕਿਹਾ ਕਿ ਯਾਤਰੀਆਂ ਦੇ ਅਨੁਭਵ ਨੂੰ ਬਿਹਤਰ ਬਣਾਉਣ ਅਤੇ ਨਿਰਵਿਘਨ ਯਾਤਰਾ ਯਕੀਨੀ ਬਣਾਉਣ ਲਈ ਯਤਨ ਕੀਤੇ ਜਾ ਰਹੇ ਨੇ। ਸ਼ੁੱਕਰਵਾਰ ਨੂੰ 에ਅਰਲਾਈਨ ਦੇ ਮੁਨਾਫੇ ਤੋਂ ਜੁਦਾ ਇੱਕ ਵੱਖਰੀ ਰਿਪੋਰਟ 'ਚ 에ਅਰ ਕੈਨੇਡਾ ਨੂੰ ਸਮੇਂ ਸਿਰ ਉਡਾਣ ਭਰਨ ਵਾਲੀਆਂ ਫਲਾਈਟਾਂ ਦੀ ਸੂਚੀ 'ਚ ਆਖਰੀ ਨੰਬਰ ਮਿਲਿਆ ਹੈ। ਮਾਰਕੀਟ ਰਿਸਰਚ ਫਰਮ ਸੀਰੀਅਮ ਨੇ ਜੁਲਾਈ 'ਚ ਸਮੇਂ ਸਿਰ ਉਡਾਣ ਭਰਨ ਵਾਲੀਆਂ ਉੱਤਰੀ ਅਮਰੀਕਾ ਦੀਆਂ 10 에ਅਰਲਾਈਨ ਦੀ ਸੂਚੀ ਤਿਆਰ ਕੀਤੀ ਜਿਸ ਵਿੱਚ 에ਅਰ ਕੈਨੇਡਾ 10ਵੇਂ ਨੰਬਰ ਤੇ ਹੈ। ਜੁਲਾਈ ਦੌਰਾਨ 에ਅਰ ਕੈਨੇਡਾ ਦੀਆਂ 52% ਤੋਂ ਵੀ ਘੱਟ ਉਡਾਣਾਂ ਸਮੇਂ ਸਿਰ ਸਨ। ਵੈਸਟਜੈਟ 7ਵੇਂ ਸਥਾਨ ਤੇ ਰਹੀ, ਅਲਾਸਕਾ 에ਅਰਲਾਈਨਸ ਪਹਿਲੇ ਅਤੇ ਡੈਲਟਾ ਦੂਸਰੇ ਸਥਾਨ ਤੇ ਰਹੀ। 에ਅਰ ਕੈਨੇਡਾ ਦੇ ਬੁਲਾਰੇ ਪੀਟਰ ਫਿਟਜ਼ਪੈਟਰਿਕ ਨੇ ਕੈਨੇਡੀਅਨ ਪ੍ਰੈਸ ਨੂੰ ਦੱਸਿਆ ਕਿ ਪਿਛਲੇ ਮਹੀਨੇ ਹਰ ਰੋਜ਼ 1,40,000 ਯਾਤਰੀਆਂ ਨੇ 에ਅਰ ਕੈਨੇਡਾ ਦੀਆਂ 36,000 ਉਡਾਣਾਂ 'ਚ ਸਫ਼ਰ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਸਿਸਟਮ ਪੂਰੀ ਸਮਰੱਥਾ ਤੇ ਕੰਮ ਕਰ ਰਿਹਾ ਹੁੰਦਾ ਹੈ ਤਾਂ ਇਸ ਨਾਲ ਪ੍ਰਕਿਰਿਆ ਧੀਮੀ ਹੋ ਸਕਦੀ ਹੈ ਪਰ ਕਿਹਾ ਕਿ ਜ਼ਿਆਦਾਤਰ ਦੇਰੀਆਂ ਛੋਟੇ ਸਮੇਂ ਦੀਆਂ ਰਹੀਆਂ ਨੇ। ਟਰੈਕਿੰਗ ਸਰਵਿਸ flightaware.com ਅਨੁਸਾਰ ਵੀਰਵਾਰ ਨੂੰ 에ਅਰ ਕੈਨੇਡਾ ਦੀਆਂ 19 ਉਡਾਣਾਂ ਰੱਦ ਹੋਈਆਂ ਤੇ 254 ਡਿਲੇ ਹੋਈਆਂ ਯਾਨੀ 3% ਉਡਾਣਾਂ ਰੱਦ ਹੋਈਆਂ ਤੇ 44% ਉਡਾਣਾਂ ਦੇਰੀ ਨਾਲ ਉੱਡੀਆਂ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਸ਼ੁੱਕਰਵਾਰ ਨੂੰ ਪੱਤਰਕਾਰਾਂ ਨੂੰ ਕਿਹਾ ਕਿ ਕੈਨੇਡਾ ਦੇ ਰਿਹਾਇਸ਼ੀ ਸੰਕਟ ਨੂੰ ਨਵੇਂ ਪ੍ਰਵਾਸੀਆਂ ਦੀ ਸਹਾਇਤਾ ਤੋਂ ਬਿਨਾਂ ਹੱਲ ਨਹੀਂ ਕੀਤਾ ਜਾ ਸਕਦਾ ਜੋ ਇੱਥੇ ਆਪਣੇ ਹੁਨਰ ਨੂੰ ਲਿਆਉਂਦੇ ਨੇ। ਮਿਲਰ ਨੇ ਮੌਂਟਰੀਅਲ 'ਚ ਕਿਹਾ ਫੈਡਰਲ ਸਰਕਾਰ ਮਕਾਨਾਂ ਨੂੰ ਹੋਰ ਕਿਫਾਇਤੀ ਬਣਾ ਰਹੀ ਹੈ ਤੇ ਹੋਰ ਘਰ ਬਣਾਉਣ ਲਈ ਲੋੜੀਂਦੇ ਹੁਨਰਮੰਦ ਕਾਮਿਆਂ ਨੂੰ ਲਿਆ ਰਹੀ ਹੈ।
ਕੈਨੇਡਾ ਤੋਂ ਬਾਹਰੋਂ ਆਉਣ ਵਾਲੇ ਹੁਨਰਮੰਦ ਕਾਮਿਆਂ ਤੋਂ ਬਿਨਾਂ ਅਸੀਂ ਬਿਲਕੁਲ ਘਰ ਨਹੀਂ ਬਣਾ ਸਕਦੇ ਤੇ ਇਸ ਸਮੇਂ ਮੌਜੂਦਾ ਮੰਗ ਨੂੰ ਪੂਰਾ ਨਹੀਂ ਕਰ ਸਕਦੇ। ਕੈਨੇਡਾ ਨੇ 2024 ਚ 4,51,000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਟੀਚਾ ਰੱਖਿਆ ਹੈ। 2025 ਤੱਕ ਇੱਕ ਸਾਲ 'ਚ ਇਹ ਗਿਣਤੀ 5 ਲੱਖ ਨਵੇਂ ਪ੍ਰਵਾਸੀਆਂ ਤੱਕ ਜਾਣ ਦੀ ਉਮੀਦ ਹੈ। ਫੈਡਰਲ ਸਰਕਾਰ ਨੇ ਨਵੰਬਰ 2022 ਚ ਆਪਣੇ ਇਮੀਗ੍ਰੇਸ਼ਨ ਟੀਚਿਆਂ 'ਚ ਵਾਧਾ ਕੀਤਾ ਅਤੇ ਮਿਲਰ ਨੇ ਸੁਝਾਅ ਦਿੱਤਾ ਹੈ ਕਿ ਇਹਨਾਂ ਟੀਚਿਆਂ ਨੂੰ ਵੱਧਦੇ ਰਹਿਣ ਦੀ ਲੋੜ ਹੋ ਸਕਦੀ ਹੈ। ਉਸਾਰੀ ਉਦਯੋਗ 'ਚ ਹਜ਼ਾਰਾਂ ਕਾਮਿਆਂ ਦੀ ਘਾਟ ਹੈ ਅਤੇ ਮਾਹਰ ਕਹਿੰਦੇ ਨੇ ਕਿ ਰਿਟਾਇਰਮੈਂਟ ਦੀ ਆਉਣ ਵਾਲੀ ਲਹਿਰ ਸਮੱਸਿਆ ਨੂੰ ਹੋਰ ਵਿਗਾੜ ਸਕਦੀ ਹੈ। ਕੈਨੇਡਾ ਮਾਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਨੇ 2030 ਤੱਕ 3.5 ਮਿਲੀਅਨ ਹੋਰ ਘਰਾਂ ਦੀ ਲੋੜ ਦੀ ਭਵਿੱਖਬਾਣੀ ਕੀਤੀ ਹੈ, ਜੋ ਦੇਸ਼ ਵਿੱਚ ਇਸ ਸਮੇਂ ਨਿਰਮਾਣ ਲਈ ਰਾਹ ਤੇ ਹੈ। ਨਵੇਂ ਬਣਾਏ ਗਏ ਘਰਾਂ ਦੀ ਗਿਣਤੀ ਹਾਲਾਂਕਿ 2021 ਵਿੱਚ ਸਿਰਫ 2,71,000 ਤੋਂ ਵੱਧ ਕੇ 2022 ਚ 2,60,000 ਤੱਕ ਘਟ ਰਹੀ ਹੈ ਅਤੇ ਇਸ ਸਾਲ ਮਈ ਚ ਮਕਾਨਾਂ ਦੀ ਸਾਲਾਨਾ ਰਫ਼ਤਾਰ ਮਹੀਨੇ ਦੇ ਮੁਕਾਬਲੇ 23% ਘਟ ਗਈ ਹੈ। ਪ੍ਰੀਮੀਅਰ ਡਗ ਫੋਰਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਓਨਟਾਰੀਓ ਸਰਕਾਰ ਸੁਰੱਖਿਅਤ ਗ੍ਰੀਨ ਬੈਲਟ ਤੇ ਹਾਊਸਿੰਗ ਨਿਰਮਾਣ ਦੀ ਯੋਜਨਾ ਤੋਂ ਪਿੱਛੇ ਨਹੀਂ ਹਟੇਗੀ। ਫੋਰਡ ਸਾਬਕਾ ਗ੍ਰੀਨ ਬੈਲਟ ਜ਼ਮੀਨਾਂ ਤੇ 50,000 ਘਰਾਂ ਦੀ ਉਸਾਰੀ ਦੇਖਣਾ ਚਾਹੁੰਦੇ ਨੇ। ਜਿਹੜੇ 3 ਇਲਾਕਿਆਂ 'ਚ ਜ਼ਮੀਨ ਨੂੰ ਗ੍ਰੀਨ ਬੈਲਟ 'ਚੋਂ ਹਟਾਇਆ ਗਿਆ ਹੈ, ਉੱਥੋਂ ਦੇ ਯੋਜਨਾਕਾਰਾਂ ਦਾ ਕਹਿਣਾ ਹੈ ਕਿ ਮਕਾਨ ਬਣਾਉਣ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਇਹਨਾਂ ਜ਼ਮੀਨਾਂ ਦੀ ਜ਼ਰੂਰਤ ਨਹੀਂ ਸੀ। ਪ੍ਰੀਮੀਅਰ ਡਗ ਫੋਰਡ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਓਨਟਾਰੀਓ ਸਰਕਾਰ ਸੁਰੱਖਿਅਤ ਗ੍ਰੀਨ ਬੈਲਟ ਤੇ ਹਾਊਸਿੰਗ ਨਿਰਮਾਣ ਦੀ ਯੋਜਨਾ ਤੋਂ ਪਿੱਛੇ ਨਹੀਂ ਹਟੇਗੀ। ਹਾਲ ਹੀ 'ਚ ਸੂਬੇ ਦੀ ਆਡੀਟਰ ਜਨਰਲ ਵੱਲੋਂ ਜਾਰੀ ਇੱਕ ਧਮਾਕੇਦਾਰ ਰਿਪੋਰਟ ਅਤੇ ਕੁਝ ਹੋਰ ਮਾਹਿਰਾਂ ਨੇ ਕਿਹਾ ਸੀ ਕਿ ਸੂਬੇ ਦੇ ਹਾਊਸਿੰਗ ਦੇ ਟੀਚਿਆਂ ਨੂੰ ਕਿਤੇ ਹੋਰ ਉਸਾਰੀ ਕਰਕੇ ਪੂਰਾ ਕੀਤਾ ਜਾ ਸਕਦਾ ਹੈ। ਆਡੀਟਰ ਜਨਰਲ ਬੋਨੀ ਲੀਜ਼ਿਕ ਨੇ ਇਸ ਹਫ਼ਤੇ ਪੇਸ਼ ਕੀਤੀ ਇੱਕ ਵਿਸ਼ੇਸ਼ ਰਿਪੋਰਟ 'ਚ ਖੁਲਾਸਾ ਕੀਤਾ ਸੀ ਕਿ ਜ਼ਮੀਨਾਂ ਨੂੰ ਗ੍ਰੀਨ ਬੈਲਟ ਤੋਂ ਹਟਾਉਣ ਦੀ ਚੋਣ ਕਰਨ ਦੀ ਪ੍ਰਕਿਰਿਆ ਪੱਖਪਾਤੀ ਸੀ ਅਤੇ ਇਸ ਪ੍ਰਕਿਰਿਆ ਦੌਰਾਨ ਹਾਊਸਿੰਗ ਮੰਤਰੀ ਨਾਲ ਸੰਬੰਧ ਰੱਖਣ ਵਾਲੇ ਚੁਣਿੰਦਾ ਡਿਵੈਲਪਰਾਂ ਦੀ ਤਰਫਦਾਰੀ ਕੀਤੀ ਗਈ ਸੀ। ਆਡੀਟਰ ਜਨਰਲ ਦੀ ਰਿਪੋਰਟ 'ਚ ਕਿਹਾ ਗਿਆ ਹੈ ਕਿ ਗ੍ਰੀਨ ਬੈਲਟ 'ਚ ਜ਼ਮੀਨ ਦੀ ਮਲਕੀਅਤ ਵਾਲੇ ਕੁਝ ਡਿਵੈਲਪਰਾਂ ਨਾਲ ਲਿਹਾਜ਼ੀ ਵਰਤਾਓ ਅਖਤਿਆਰ ਕੀਤਾ ਗਿਆ ਸੀ। ਪ੍ਰੀਮੀਅਰ ਡਗ ਫੋਰਡ ਨੇ ਕਿਹਾ ਕਿ ਕਿਸੇ ਡਿਵੈਲਪਰ ਦੀ ਕੋਈ ਤਰਫਦਾਰੀ ਨਹੀਂ ਕੀਤੀ ਗਈ। ਪਿਛਲੇ ਸਾਲ ਫੋਰਡ ਸਰਕਾਰ ਨੇ ਸੂਬੇ ਭਰ ਵਿੱਚ 1.5 ਮਿਲੀਅਨ ਘਰ ਬਣਾਉਣ ਦੀ ਆਪਣੀ ਯੋਜਨਾ ਦੇ ਹਿੱਸੇ ਵਜੋਂ ਗ੍ਰੀਨ ਬੈਲਟ ਦੀ 7400 ਏਕੜ ਜ਼ਮੀਨ ਨੂੰ ਵਿਕਾਸ ਲਈ ਖੋਲ੍ਹਿਆ ਸੀ ਤੇ ਹੋਰ ਕਿਤੇ 9400 ਏਕੜ ਜ਼ਮੀਨ ਵੀ ਜੋੜੀ ਗਈ ਸੀ। ਫੋਰਡ ਸਾਬਕਾ ਗ੍ਰੀਨ ਬੈਲਟ ਜ਼ਮੀਨਾਂ ਤੇ 50,000 ਘਰਾਂ ਦੀ ਉਸਾਰੀ ਦੇਖਣਾ ਚਾਹੁੰਦੇ ਨੇ। ਜਿਹੜੇ 3 ਇਲਾਕਿਆਂ 'ਚ ਜ਼ਮੀਨ ਨੂੰ ਗ੍ਰੀਨ ਬੈਲਟ 'ਚੋਂ ਹਟਾਇਆ ਗਿਆ ਹੈ, ਉੱਥੋਂ ਦੇ ਯੋਜਨਾਕਾਰਾਂ ਦਾ ਕਹਿਣਾ ਹੈ ਕਿ ਮਕਾਨ ਬਣਾਉਣ ਦੇ ਟੀਚਿਆਂ ਨੂੰ ਪੂਰਾ ਕਰਨ ਲਈ ਇਹਨਾਂ ਜ਼ਮੀਨਾਂ ਦੀ ਜ਼ਰੂਰਤ ਨਹੀਂ ਸੀ। ਲੀਜ਼ਿਕ ਨੇ ਆਪਣੀ ਰਿਪੋਰਟ 'ਚ ਇਸ ਤੱਥ ਨੂੰ ਸ਼ਾਮਲ ਕੀਤਾ ਹੈ। ਫੋਰਡ ਨੇ ਫਰਵਰੀ 2022 ਦੀ ਟਾਸਕ ਫੋਰਸ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਦਾਅਵਾ ਕੀਤਾ ਕਿ ਇਹ ਤੱਥ ਪੁਰਾਣੀ ਜਾਣਕਾਰੀ ਤੇ ਆਧਾਰਿਤ ਸੀ। ਫੋਰਡ ਨੇ ਮੰਨਿਆ ਕਿ ਵਿਕਾਸ ਲਈ ਗ੍ਰੀਨ ਬੈਲਟ ਵਿੱਚੋਂ ਕਿਹੜੀਆਂ ਜ਼ਮੀਨਾਂ ਨੂੰ ਹਟਾਇਆ ਜਾਵੇਗਾ, ਇਸ ਦੀ ਚੋਣ ਕਰਨ ਦੀ ਪ੍ਰਕਿਰਿਆ 'ਚ ਕੁਝ ਖਾਮੀਆਂ ਸਨ ਤੇ ਉਹਨਾਂ ਨੇ ਵਾਅਦਾ ਕੀਤਾ ਕਿ ਸੂਬਾ ਸਰਕਾਰ ਲੀਜ਼ਿਕ ਦੀਆਂ 15 ਸਿਫਾਰਸ਼ਾਂ 'ਚੋਂ 14 ਤੇ ਕੰਮ ਕਰੇਗੀ, ਪਰ ਗ੍ਰੀਨ ਬੈਲਟ ਦੀਆਂ ਸਰਹੱਦਾਂ ਨੂੰ ਬਦਲਣ ਦੀ ਸਮੁੱਚੀ ਪ੍ਰਕਿਰਿਆ ਦਾ ਮੁੜ ਮੁਲਾਂਕਣ ਕਰਨ ਦੀ ਲੀਜ਼ਿਕ ਦੀ ਸਿਫਾਰਿਸ਼ ਨੂੰ ਸੂਬਾ ਨਜ਼ਰਅੰਦਾਜ਼ ਕਰੇਗਾ। ਲੀਜ਼ਿਕ ਨੇ ਕਿਹਾ ਕਿ ਗ੍ਰੀਨ ਬੈਲਟ 'ਚੋਂ ਹਟਾਈ ਗਈ 83% ਜ਼ਮੀਨ ਸੂਬੇ 'ਚ ਉੱਚ ਗੁਣਵੱਤਾ ਵਾਲੇ ਖੇਤੀ ਵਾਲੀ ਜ਼ਮੀਨ 'ਚੋਂ ਇੱਕ ਹੈ ਤੇ ਹਟਾਈ ਗਈ ਜ਼ਮੀਨ 'ਚੋਂ ਲਗਭਗ 1000 ਏਕੜ ਜਲਗਾਹਾਂ ਜਾਂ ਜੰਗਲੀ ਜ਼ਮੀਨਾਂ ਨੇ। ਰਿਪੋਰਟ 'ਚ ਖੁਲਾਸਾ ਹੋਇਆ ਕਿ ਜਦੋਂ ਪ੍ਰਮੁੱਖ ਡਿਵੈਲਪਰਾਂ ਨਾਲ ਜੁੜੀਆਂ ਵਿਸ਼ੇਸ਼ ਜ਼ਮੀਨਾਂ ਨੂੰ ਨਿਰਮਾਣ ਲਈ ਵਾਤਾਵਰਣ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰ ਰਹੀਆਂ ਸਨ ਤਾਂ ਜ਼ਮੀਨ ਦੇ ਹੋਰ ਟੁਕੜਿਆਂ ਦੀ ਭਾਲ ਕਰਨ ਦੀ ਬਜਾਏ ਮਾਪਦੰਡਾਂ ਨੂੰ ਹੀ ਤਿਆਗ ਦਿੱਤਾ ਗਿਆ। ਕੰਜ਼ਰਵੇਟਿਵ ਪਾਰਟੀ ਨੇ ਮਲਟੀ ਮਿਲੀਅਨ ਡਾਲਰਾਂ ਦੀ ਇੱਕ ਵਿਗਿਆਪਨ ਮੁਹਿੰਮ ਸ਼ੁਰੂ ਕੀਤੀ ਹੈ, ਜਿਸ ਵਿੱਚ ਇਸ ਦੇ ਲੀਡਰ ਪੀਅਰ ਪੋਲੀਏਵਰ ਨੂੰ ਇੱਕ ਪਰਿਵਾਰਕ ਵਿਅਕਤੀ ਵਜੋਂ ਦਰਸਾਇਆ ਗਿਆ ਹੈ ਜੋ ਦੇਸ਼ ਨੂੰ ਠੀਕ ਕਰਨਾ ਚਾਹੁੰਦਾ ਹੈ। ਇਹ ਵਿਗਿਆਪਨ ਟੀਵੀ, ਰੇਡੀਓ, ਡਿਜੀਟਲ ਪਲੇਟਫਾਰਮਾਂ ਤੇ ਪ੍ਰਿੰਟ ਮੀਡੀਆ ਲਈ ਹੋਣਗੇ। ਪਹਿਲੇ ਵਿਗਿਆਪਨ 'ਚ ਪੋਲੀਏਵਰ ਦੀ ਪਤਨੀ ਦਾ ਵੌਇਸ ਓਵਰ ਹੈ, ਜੋ ਕਿ ਮੌਂਟਰੀਅਲ 'ਚ ਜਨਮੀ ਵੈਨਜ਼ੂਏਲਾ ਦੀ ਇੱਕ ਇਮੀਗ੍ਰੈਂਟ ਹੈ। ਦੂਸਰੇ ਵਿਗਿਆਪਨ 'ਚ ਪੋਲੀਏਵਰ ਆਪਣੇ ਬੇਟੇ ਨਾਲ ਬੈਠੇ ਪਜ਼ਲ ਖੇਡ ਰਹੇ ਨੇ। ਕੰਜ਼ਰਵੇਟਿਵ ਪਾਰਟੀ ਨੇ ਮਲਟੀ ਮਿਲੀਅਨ ਡਾਲਰਾਂ ਦੀ ਇੱਕ ਵਿਗਿਆਪਨ ਮੁਹਿੰਮ ਸ਼ੁਰੂ ਕੀਤੀ ਹੈ। ਇਸ ਵਿੱਚ ਇਸ ਦੇ ਲੀਡਰ ਪੀਅਰ ਪੋਲੀਏਵਰ ਨੂੰ ਇੱਕ ਪਰਿਵਾਰਕ ਵਿਅਕਤੀ ਵਜੋਂ ਦਰਸਾਇਆ ਗਿਆ ਹੈ ਜੋ ਦੇਸ਼ ਨੂੰ ਠੀਕ ਕਰਨਾ ਚਾਹੁੰਦਾ ਹੈ। ਹਾਰਪਰ ਸਰਕਾਰ 'ਚ ਕਈ ਮੰਤਰੀਆਂ ਦੇ ਸਲਾਹਕਾਰ ਰਹੇ ਰੀਗਨ ਵਾਟਸ ਨੇ ਕਿਹਾ ਹੈ ਕਿ ਇਹ ਕੋਈ ਬ੍ਰਾਂਡਿੰਗ ਮੁਹਿੰਮ ਨਹੀਂ, ਸਗੋਂ ਪੋਲੀਏਵਰ ਸ਼ੁਰੂ ਤੋਂ ਹੀ ਇਸੇ ਤਰ੍ਹਾਂ ਦੇ ਸ਼ਖਸ ਨੇ
ਪਾਰਟੀ ਦੇ ਇੱਕ ਸੀਨੀਅਰ ਸੂਤਰ ਨੇ ਪੁਸ਼ਟੀ ਕੀਤੀ ਹੈ ਕਿ ਅਗਲੇ 3 ਮਹੀਨਿਆਂ ਦੌਰਾਨ ਹਰੇਕ ਸੂਬੇ ਅਤੇ ਪ੍ਰਦੇਸ਼ 'ਚ 3 ਦੁਭਾਸ਼ੀ ਵਿਗਿਆਪਨਾਂ ਨੂੰ ਹੁਲਾਰਾ ਦੇਣ ਵਾਸਤੇ $3 ਮਿਲੀਅਨ ਖਰਚੇ ਜਾਣਗੇ। ਇਹ ਵਿਗਿਆਪਨ ਟੀਵੀ, ਰੇਡੀਓ, ਡਿਜੀਟਲ ਪਲੇਟਫਾਰਮਾਂ ਤੇ ਪ੍ਰਿੰਟ ਮੀਡੀਆ ਲਈ ਹੋਣਗੇ। ਪਹਿਲੇ ਵਿਗਿਆਪਨ 'ਚ ਪੋਲੀਓਵਰ ਦੀ ਪਤਨੀ ਦਾ ਵੌਇਸ ਓਵਰ ਹੈ, ਜੋ ਕਿ ਮੌਂਟਰੀਅਲ 'ਚ ਜਨਮੀ ਵੈਨਜ਼ੂਏਲਾ ਦੀ ਇੱਕ ਇਮੀਗ੍ਰੈਂਟ ਹੈ। ਵਿਗਿਆਪਨ 'ਚ ਪੋਲੀਓਵਰ ਨੂੰ ਉਹਨਾਂ ਦੀ ਜ਼ਿੰਦਗੀ ਦੇ ਅਲੱਗ-ਅਲੱਗ ਪੜਾਵਾਂ 'ਚ ਦਿਖਾਇਆ ਗਿਆ ਹੈ, ਜਿੱਥੇ ਕਦੇ ਉਹ ਬਚਪਨ 'ਚ ਹਾਕੀ ਖੇਡਦੇ ਨਜ਼ਰ ਆਉਂਦੇ ਨੇ ਤੇ ਕਦੇ ਆਪਣੇ ਪਰਿਵਾਰ ਅਤੇ ਬੱਚਿਆਂ ਨਾਲ ਸਮਾਂ ਬਿਤਾ ਰਹੇ ਨਜ਼ਰੀ ਪੈਂਦੇ ਨੇ। ਇਹ ਵਿਗਿਆਪਨ ਜਸਟਿਨ ਟਰੂਡੋ ਤੇ ਉਹਨਾਂ ਦੀ ਪਤਨੀ ਦੇ ਇੱਕ ਦੂਜੇ ਤੋਂ ਵੱਖ ਹੋਣ ਦੇ ਫੈਸਲੇ ਦੇ 1 ਹਫ਼ਤੇ ਤੋਂ ਵੀ ਘੱਟ ਸਮੇਂ ਦੇ ਅੰਦਰ ਜਾਰੀ ਕੀਤਾ ਗਿਆ ਹੈ। ਦੂਸਰੇ ਵਿਗਿਆਪਨ ਵਿੱਚ ਪੋਲੀਓਵਰ ਆਪਣੇ ਬੇਟੇ ਨਾਲ ਬੈਠੇ ਪਜ਼ਲ ਖੇਡ ਰਹੇ ਨੇ। ਵੌਇਸ ਓਵਰ 'ਚ ਪੋਲੀਓਵਰ ਕਹਿ ਰਹੇ ਨੇ ਕਿ ਕੈਨੇਡਾ 'ਚ ਸਭ ਕੁਝ ਟੁੱਟਿਆ ਨਜ਼ਰ ਆਉਂਦਾ ਹੈ, ਕਿਫਾਇਤ ਤੋਂ ਪਰੇ, ਅਸੁਰੱਖਿਅਤ, ਵੰਡਿਆ ਹੋਇਆ, ਪਰ ਅਸੀਂ ਚੀਜ਼ਾਂ ਨੂੰ ਦੁਬਾਰਾ ਜੋੜਾਂਗੇ। ਤੀਸਰਾ ਵਿਗਿਆਪਨ ਕਾਰਬਨ ਟੈਕਸ ਤੇ ਹਮਲਾ ਹੈ ਤੇ ਪੋਲੀਓਵਰ ਨੇ ਕਿਹਾ ਹੈ ਕਿ ਜੇ ਉਹ ਜਿੱਤਦੇ ਨੇ ਤਾਂ ਕਾਰਬਨ ਟੈਕਸ ਨੂੰ ਖਤਮ ਕਰ ਦੇਣਗੇ। ਹਾਲ ਹੀ ਵਿੱਚ ਪੋਲੀਓਵਰ ਨੇ ਆਪਣੀ ਟਾਈ ਅਤੇ ਐਨਕਾਂ ਨੂੰ ਵੀ ਪਾਸੇ ਕਰ ਦਿੱਤਾ ਹੈ ਤੇ ਲੋਕਾਂ ਵਿੱਚ ਇੱਕ ਨਵੀਂ ਦਿੱਖ ਨਾਲ ਵਿਚਰ ਰਹੇ ਨੇ। ਚੋਣ ਵਿਸ਼ਲੇਸ਼ਕ ਐਰਿਕ ਗ੍ਰੇਨੀਏ ਦਾ ਕਹਿਣਾ ਹੈ ਕਿ ਵਿਗਿਆਪਨ ਮੁਹਿੰਮ ਦੀ ਟਾਈਮਿੰਗ ਬਹੁਤ ਅਹਿਮ ਹੈ। ਉਹਨਾਂ ਦੱਸਿਆ ਕਿ ਪਿਛਲੇ ਕੁਝ ਮਹੀਨਿਆਂ ਦੌਰਾਨ ਹੋਏ ਪੋਲਸ 'ਚ ਕੰਜ਼ਰਵੇਟਿਵਸ ਦੀ ਸਥਿਤੀ ਮਜ਼ਬੂਤ ਹੋਈ ਹੈ ਤੇ ਕਿਤੇ-ਕਿਤੇ ਉਹਨਾਂ ਨੂੰ 10 ਅੰਕਾਂ ਤੋਂ ਵੱਧ ਦੀ ਲੀਡ ਮਿਲੀ ਹੈ। ਕੈਨੇਡਾ ਦੇ ਟਰਾਂਸਪੋਰਟ ਮਿਨਿਸਟਰ ਪਾਬਲੋ ਰੋਡਰਿਗਜ਼ ਨੂੰ ਨਵੀਂ ਐਡ ਕੰਪੇਨ ਬਾਰੇ ਪੁੱਛਿਆ ਗਿਆ ਤਾਂ ਉਹਨਾਂ ਨੇ ਕਿਹਾ ਕਿ ਉਹ ਨਹੀਂ ਮੰਨਦੇ ਕਿ ਵਿਗਿਆਪਨ ਲੋਕਾਂ ਨੂੰ ਪੋਲੀਓਵਰ ਵੱਲ ਲੈ ਜਾਣਗੇ। ਰੋਡਰਿਗਜ਼ ਨੇ ਕਿਹਾ ਕਿ ਤੁਸੀਂ ਪੈਕੇਜਿੰਗ ਬਦਲ ਸਕਦੇ ਹੋ ਪਰ ਸਮੱਗਰੀ ਨਹੀਂ ਬਦਲ ਸਕਦੇ ਅਤੇ ਕਿਊਬਿਕ ਵਾਸੀਆਂ ਨੂੰ ਇਹ ਸਮੱਗਰੀ ਨਹੀਂ ਚਾਹੀਦੀ। ਭਾਵੇਂ $3 ਮਿਲੀਅਨ ਇੱਕ ਵੱਡੀ ਰਕਮ ਪ੍ਰਤੀਤ ਹੁੰਦੀ ਹੈ, ਪਰ ਕੰਜ਼ਰਵੇਟਿਵਜ਼ ਆਪਣੇ ਵਿਰੋਧੀਆਂ ਦੇ ਮੁਕਾਬਲੇ ਕਿਤੇ ਵੱਧ ਫੰਡਿੰਗ ਜੁਟਾ ਰਹੇ ਨੇ। ਅਪ੍ਰੈਲ ਤੋਂ ਜੂਨ ਦੌਰਾਨ ਹੀ ਕੰਜ਼ਰਵੇਟਿਵਜ਼ ਨੇ $8 ਮਿਲੀਅਨ ਡੋਨੇਸ਼ਨਾਂ ਤੋਂ ਇਕੱਠੇ ਕੀਤੇ ਸਨ, ਜੋ ਕਿ ਇਸ ਸਮੇਂ ਦੌਰਾਨ ਲਿਬਰਲਾਂ ਦੁਆਰਾ ਇਕੱਠੀ ਕੀਤੀ ਗਈ ਰਾਸ਼ੀ ਨਾਲੋਂ ਦੁੱਗਣੇ ਤੋਂ ਵੀ ਵੱਧ ਸੀ। ਅਭਿਨੇਤਾ ਤੇ ਗਾਇਕ ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95, ਜਿਸ ਦਾ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚ ਪ੍ਰੀਮੀਅਰ ਹੋਣਾ ਸੀ, ਨੂੰ ਹਟਾ ਦਿੱਤਾ ਗਿਆ ਹੈ। ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ ਹੈ। ਪੰਜਾਬ 95 'ਚ ਦਿਲਜੀਤ ਦੋਸਾਂਝ ਤੋਂ ਇਲਾਵਾ ਬਾਲੀਵੁੱਡ ਸਟਾਰ ਅਰਜੁਨ ਰਾਮਪਾਲ ਤੇ ਸੁਵਿੰਦਰ ਵਿੱਕੀ ਸ਼ਾਮਲ ਨੇ। ਫੈਸਟੀਵਲ ਦੀ ਵੈਬਸਾਈਟ ਤੇ ਫਿਲਮ ਦਾ ਕੋਈ ਜ਼ਿਕਰ ਨਹੀਂ ਹੈ। ਫਿਲਮ ਦਾ ਅਸਲ 'ਚ ਨਾਮ ਘੱਲੂਘਾਰਾ ਸੀ। ਭਾਰਤ ਦੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ ਨੇ ਫਿਲਮ ਨੂੰ 21 ਕੱਟ ਨਾਲ ਤੇ ਪੰਜਾਬ 95 ਦੇ ਨਾਂ ਹੇਠ ਰਿਲੀਜ਼ ਕਰਨ ਲਈ ਹਰੀ ਝੰਡੀ ਦਿੱਤੀ। ਇਸ ਖਿਲਾਫ ਬੰਬੇ ਹਾਈ ਕੋਰਟ 'ਚ ਅਪੀਲ ਕੀਤੀ ਗਈ ਹੈ ਤੇ ਫੈਸਲਾ ਅਜੇ ਆਉਣਾ ਹੈ। ਈਟੋਬੀਕੋ 'ਚ ਮਾਰਟਿਨ ਗਰੋਵ ਰੋਡ ਨੇੜੇ ਵਲਕਨ ਸਟਰੀਟ ਉੱਤੇ ਸਥਿਤ ਇੰਡਸਟਰੀਅਲ ਬਿਲਡਿੰਗ 'ਚ ਜ਼ਬਰਦਸਤ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ। ਟੋਰਾਂਟੋ ਫਾਇਰ ਸਰਵਿਸਿਜ਼ ਵੱਲੋਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਇਲਾਕੇ ਦੇ ਨੇੜਲੇ ਘਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਦੀਆਂ ਖਿੜਕੀਆਂ ਬੰਦ ਕਰਕੇ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਐਮਰਜੈਂਸੀ ਸਰਵਿਸਿਜ਼ ਇਹ ਤੈਅ ਕਰਨ 'ਚ ਲੱਗੀਆਂ ਹੋਈਆਂ ਨੇ ਕਿ ਇਸ ਇਲਾਕੇ ਨੂੰ ਖਾਲੀ ਕਰਵਾਉਣ ਦੀ ਲੋੜ ਹੈ ਜਾਂ ਨਹੀਂ। ਇਸ ਏਰੀਏ 'ਚ ਨਾਲ ਲੱਗਦੀਆਂ ਬਿਲਡਿੰਗਸ ਤੇ 24 ਘੰਟੇ ਚੱਲਣ ਵਾਲੇ ਕੰਮਕਾਜ ਨੂੰ ਬੰਦ ਕਰਵਾ ਕੇ ਇਲਾਕਾ ਖਾਲੀ ਕਰਵਾ ਲਿਆ ਗਿਆ ਹੈ। ਸ਼ੁੱਕਰਵਾਰ ਸਵੇਰੇ ਈਟੋਬੀਕੋ 'ਚ ਮਾਰਟਿਨ ਗਰੋਵ ਰੋਡ ਨੇੜੇ ਵਲਕਨ ਸਟਰੀਟ ਉੱਤੇ ਸਥਿਤ ਇੰਡਸਟਰੀਅਲ ਬਿਲਡਿੰਗ 'ਚ ਜ਼ਬਰਦਸਤ ਧਮਾਕਾ ਹੋਣ ਤੋਂ ਬਾਅਦ ਅੱਗ ਲੱਗ ਗਈ। ਟੋਰਾਂਟੋ ਫਾਇਰ ਸਰਵਿਸਿਜ਼ ਵੱਲੋਂ ਅੱਗ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸ਼ੁਰੂ 'ਚ ਸਵੇਰੇ 10 ਵਜੇ 35 ਵਲਕਨ ਸਟਰੀਟ ਉੱਤੇ ਸਥਿਤ ਬ੍ਰੈਂਟੈਗ ਕੈਨੇਡਾ ਦੀ ਬਿਲਡਿੰਗ 'ਚ ਅੱਗ ਲੱਗਣ ਦੀ ਜਾਣਕਾਰੀ ਦਿੱਤੀ ਗਈ। ਪਹਿਲਾਂ ਇਸ ਅੱਗ ਨੂੰ 4 ਅਲਾਰਮ ਫਾਇਰ ਦੱਸਿਆ ਗਿਆ, ਪਰ ਬਾਅਦ 'ਚ ਇਸ ਨੂੰ 6 ਅਲਾਰਮ ਫਾਇਰ 'ਚ ਅਪਗ੍ਰੇਡ ਕਰ ਦਿੱਤਾ ਗਿਆ। ਇਹ ਅੱਗ ਖਬਰ ਲਿਖੇ ਜਾਣ ਤੱਕ ਬੇਕਾਬੂ ਸੀ ਅਤੇ ਇਸ ਦੇ ਨਾਲ ਦੀਆਂ ਬਿਲਡਿੰਗਸ 'ਚ ਫੈਲਣ ਦਾ ਡਰ ਬਣਿਆ ਹੋਇਆ ਸੀ। ਐਮਰਜੈਂਸੀ ਅਮਲੇ ਵੱਲੋਂ ਅੱਗ ਉੱਤੇ ਕਾਬੂ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਸੀ। ਇਸ ਬਿਲਡਿੰਗ 'ਚ ਕਈ ਤਰ੍ਹਾਂ ਦੇ ਤੇਲ, ਫਲੂਇਡਸ ਤੇ ਕਈ ਤਰ੍ਹਾਂ ਦੇ ਰਸਾਇਣ ਹੋਣ ਕਾਰਨ ਅੱਗ ਤੇਜ਼ੀ ਨਾਲ ਫੈਲ ਰਹੀ ਹੈ। ਇਸ ਦੇ ਨਾਲ ਹੀ ਟੋਰਾਂਟੋ ਫਾਇਰ ਵੱਲੋਂ ਹਵਾ ਦੇ ਮਿਆਰ ਉੱਤੇ ਵੀ ਪੂਰੀ ਤਰ੍ਹਾਂ ਨਾਲ ਨਜ਼ਰ ਰੱਖੀ ਜਾ ਰਹੀ ਹੈ। ਸਵੇਰ ਵੇਲੇ ਕਈ ਧਮਾਕੇ ਵੀ ਸੁਣਾਈ ਦਿੱਤੇ। ਇਹ ਧਮਾਕੇ ਬਿਲਡਿੰਗ 'ਚ ਖੜੀਆਂ ਕਈ ਗੱਡੀਆਂ ਦੇ ਗੈਸ ਟੈਂਕਾਂ ਤੇ ਪ੍ਰੋਪੇਨ ਟੈਂਕਾਂ 'ਚ ਲੱਗੀ ਅੱਗ ਕਾਰਨ ਹੋਏ।
ਇਸ ਇਲਾਕੇ ਦੇ ਨੇੜਲੇ ਘਰਾਂ 'ਚ ਰਹਿਣ ਵਾਲੇ ਲੋਕਾਂ ਨੂੰ ਆਪਣੇ ਘਰਾਂ ਦੀਆਂ ਖਿੜਕੀਆਂ ਬੰਦ ਕਰਕੇ ਰੱਖਣ ਦੀ ਸਲਾਹ ਦਿੱਤੀ ਜਾ ਰਹੀ ਹੈ। ਐਮਰਜੈਂਸੀ ਸਰਵਿਸਿਜ਼ ਇਹ ਤੈਅ ਕਰਨ 'ਚ ਲੱਗੀਆਂ ਹੋਈਆਂ ਨੇ ਕਿ ਇਸ ਇਲਾਕੇ ਨੂੰ ਖਾਲੀ ਕਰਵਾਉਣ ਦੀ ਲੋੜ ਹੈ ਜਾਂ ਨਹੀਂ। ਇਸ ਏਰੀਏ 'ਚ ਨਾਲ ਲੱਗਦੀਆਂ ਬਿਲਡਿੰਗਸ ਤੇ 24 ਘੰਟੇ ਚੱਲਣ ਵਾਲੇ ਕੰਮਕਾਜ ਨੂੰ ਬੰਦ ਕਰਵਾ ਕੇ ਇਲਾਕਾ ਖਾਲੀ ਕਰਵਾ ਲਿਆ ਗਿਆ ਤੇ ਕ੍ਰਿਊ ਦੇ ਸਾਰਾ ਦਿਨ ਇੱਥੇ ਬਣੇ ਰਹਿਣ ਦੀ ਸੰਭਾਵਨਾ। ਇਸ ਇਲਾਕੇ 'ਚ ਟ੍ਰੈਫਿਕ ਪ੍ਰਭਾਵਿਤ ਹੋਣ ਦੀ ਸੰਭਾਵਨਾ ਰਹੀ ਤੇ ਸੀਐਨ ਰੇਲ ਲਾਈਨਸ ਨੂੰ ਵੀ ਬੰਦ ਕਰ ਦਿੱਤਾ ਗਿਆ। ਪੀਅਰਸਨ 에ਅਰਪੋਰਟ ਉੱਤੇ ਉਤਰਨ ਵਾਲੇ ਜਹਾਜ਼ਾਂ ਨੂੰ ਵੀ ਦਿੱਕਤ ਹੋ ਸਕਦੀ ਹੈ ਕਿਉਂਕਿ ਇੱਥੋਂ ਨਿਕਲਣ ਵਾਲਾ ਧੂਆਂ ਜਹਾਜ਼ ਉਤਰਨ ਵਾਲੇ ਰਾਹ ਦੇ ਬਹੁਤ ਨੇੜੇ ਹੈ, ਪਰ 에ਅਰ ਟਰੈਵਲ ਉੱਤੇ ਇਸ ਦਾ ਕੋਈ ਅਸਰ ਪੈਣ ਦੀ ਸੰਭਾਵਨਾ ਨਹੀਂ। ਅਜੇ ਤੱਕ ਕਿਸੇ ਦੇ ਜ਼ਖਮੀ ਹੋਣ ਦੀ ਕੋਈ ਖਬਰ ਨਹੀਂ ਮਿਲੀ। ਇਸ ਇਲਾਕੇ 'ਚ ਅੱਗ ਬੁਝਾਉਣ ਦੀ ਕੋਸ਼ਿਸ਼ ਜਾਰੀ ਰਹਿਣ ਕਾਰਨ ਆਵਾਜਾਈ ਉੱਤੇ ਵਿਘਨ ਪੈ ਸਕਦਾ ਹੈ। ਆਪਣੇ ਅਗਲੇ ਸਿਟੀ ਕਾਉਂਸਲਰ ਦੀ ਚੋਣ ਕਰਨ ਲਈ ਸਕਾਰਬਰੋ ਸਾਊਥ ਵੈਸਟ ਦੇ ਵੋਟਰਾਂ ਨੂੰ ਜਲਦ ਹੀ ਜ਼ਿਮਨੀ ਚੋਣਾਂ ਦਾ ਸਾਹਮਣਾ ਕਰਨਾ ਹੋਵੇਗਾ। ਵੀਰਵਾਰ ਨੂੰ ਟੋਰਾਂਟੋ ਸਿਟੀ ਕਾਉਂਸਲ ਵੱਲੋਂ ਵਾਰਡ ਨੂੰ 20 ਦੀ ਸੀਟ ਨੂੰ ਖਾਲੀ ਐਲਾਨਣ ਅਤੇ ਇਸ ਲਈ ਜ਼ਿਮਨੀ ਚੋਣ ਕਰਵਾਉਣ ਦੇ ਕਾਉਂਸਲਰ ਪਾਲ ਇਨਸਲੀ ਵੱਲੋਂ ਲਿਆਂਦੇ ਮਤੇ ਦੇ ਪੱਖ 'ਚ ਵੋਟ ਪਾਈ। ਸਕਾਰਬਰੋ ਸਾਊਥ ਵੈਸਟ ਸੀਟ 26 ਜੁਲਾਈ ਨੂੰ ਉਸ ਸਮੇਂ ਖਾਲੀ ਹੋਈ ਸੀ ਜਦੋਂ ਲੰਮੇ ਸਮੇਂ ਤੋਂ ਲੋਕਲ ਕਾਉਂਸਲਰ ਰਹੇ ਗੈਰੀ ਕਰਾਫਰਡ ਨੇ ਪ੍ਰੋਵਿੰਸ਼ੀਅਲ ਪੱਧਰ ਉੱਤੇ ਚੋਣਾਂ 'ਚ ਹਿੱਸਾ ਲੈਣ ਲਈ ਸਕਾਰਬਰੋ ਗਿਲਡਵੁੱਡ ਦੀ ਸੀਟ ਤੋਂ ਪੀਸੀ ਪਾਰਟੀ ਉਮੀਦਵਾਰ ਵਜੋਂ ਖੜੇ ਹੋਣ ਲਈ ਅਸਤੀਫਾ ਦੇ ਦਿੱਤਾ ਸੀ। 6 ਸਤੰਬਰ ਨੂੰ ਜ਼ਿਮਨੀ ਚੋਣ ਲਈ ਲੋੜੀਂਦਾ ਬਾਇਲਾ ਪਾਸ ਹੋਵੇਗਾ ਤੇ ਸ਼ਾਮੀ 5 ਵਜੇ ਪ੍ਰਭਾਵੀ ਹੋ ਜਾਵੇਗਾ। ਇਸ ਲਈ ਨਾਮਜ਼ਦਗੀਆਂ ਅਗਲੇ ਦਿਨ ਖੁੱਲ੍ਹ ਜਾਣਗੀਆਂ। ਜ਼ਿਮਨੀ ਚੋਣਾਂ ਲਈ ਤਰੀਕ ਅਜੇ ਨਿਰਧਾਰਤ ਕੀਤੀ ਜਾਣੀ ਬਾਕੀ ਹੈ। ਪ੍ਰੋਵਿੰਸ਼ੀਅਲ ਕਰਾਊਨ ਕਾਰਪੋਰੇਸ਼ਨ 1 ਸਤੰਬਰ ਤੋਂ ਜਨਤਕ ਇਲੈਕਟ੍ਰਿਕ ਵਾਹਨ ਚਾਰਜਿੰਗ ਸਟੇਸ਼ਨਾਂ ਤੇ ਦਰਾਂ 15% ਵਧਾਉਣਾ ਚਾਹੁੰਦੀ ਹੈ, ਜੋ ਕੰਪਨੀ ਦਾ ਕਹਿਣਾ ਹੈ ਕਿ ਉਹ 10 ਸਾਲਾਂ ਤੋਂ ਵੱਧ ਸਮੇਂ ਤੱਕ ਉਹਨਾਂ ਨੂੰ ਮੁਹੱਈਆ ਕਰਵਾਉਣ ਦੇ ਖਰਚਿਆਂ ਨੂੰ ਵਸੂਲਣ ਦੀ ਇਜਾਜ਼ਤ ਦੇਵੇਗੀ। ਕੁਝ ਖਪਤਕਾਰਾਂ ਦਾ ਕਹਿਣਾ ਹੈ ਕਿ ਪ੍ਰਸਤਾਵਿਤ ਦਰਾਂ ਵਿੱਚ ਵਾਧੇ ਨਾਲ ਹੋਰਾਂ ਨੂੰ ਇਲੈਕਟ੍ਰਿਕ ਵਾਹਨ 'ਚ ਸਵਿੱਚ ਕਰਨ ਲਈ ਪ੍ਰੋਤਸਾਹਨ ਘਟੇਗਾ। BC ਹਾਈਡਰੋ ਦਾ ਕਹਿਣਾ ਹੈ ਕਿ ਚਾਰਜਰ ਦੀ ਕਿਸਮ ਦੇ ਆਧਾਰ ਤੇ ਨਵੀਆਂ ਦਰਾਂ ਵੱਖ-ਵੱਖ ਹੋਣਗੀਆਂ। ਸਮਾਂ ਆਧਾਰਿਤ ਖਰਚੇ 3 ਤੋਂ 60 ਸੈਂਟ ਪ੍ਰਤੀ ਮਿੰਟ ਦੇ ਵਿਚਕਾਰ ਹੋਣਗੇ ਤੇ ਪਾਵਰ ਆਧਾਰਿਤ ਖਰਚੇ 33 ਤੋਂ 44 ਸੈਂਟ ਪ੍ਰਤੀ ਕਿਲੋਵਾਟ ਘੰਟੇ ਦੇ ਵਿਚਕਾਰ ਹੋਣਗੇ। ਵਿਸਤ੍ਰਿਤ ਰਹਿਣ ਦੇ ਖਰਚੇ 40 ਸੈਂਟ ਪ੍ਰਤੀ ਮਿੰਟ ਹੋਣਗੇ। BC ਯੂਟਿਲਿਟੀਜ਼ ਕਮਿਸ਼ਨ ਨੇ 28 ਜੁਲਾਈ ਦੀ ਅਰਜ਼ੀ ਤੇ ਵਿਚਾਰ ਕਰਨ ਲਈ ਇੱਕ ਪੈਨਲ ਨਿਯੁਕਤ ਕੀਤਾ ਹੈ ਤੇ ਇਸ ਵੇਲੇ ਜਨਤਕ ਟਿੱਪਣੀਆਂ ਨੂੰ ਸਵੀਕਾਰ ਕਰ ਰਿਹਾ ਹੈ। US ਡਿਸਟ੍ਰਿਕਟ ਜੱਜ ਤਾਨੀਆ ਚੁਟਕਨ ਨੇ ਸਾਬਕਾ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਉਹਨਾਂ ਦੇ ਅਟਾਰਨੀ ਨੂੰ ਚੇਤਾਵਨੀ ਦਿੱਤੀ ਹੈ ਕਿ 2020 ਦੇ ਚੋਣ ਨਤੀਜਿਆਂ ਨੂੰ ਪਲਟਣ ਦੇ ਤਾਜ਼ਾ ਮਾਮਲੇ 'ਚ ਵਾਰ-ਵਾਰ ਦਿੱਤੇ ਜਾ ਰਹੇ ਭੜਕਾਊ ਬਿਆਨ ਉਹਨਾਂ ਨੂੰ ਇਸ ਮੁਕੱਦਮੇ ਨੂੰ ਤੇਜ਼ ਕਰਨ ਲਈ ਮਜਬੂਰ ਕਰਨਗੇ। ਚੁਟਕਨ ਨੇ ਇੱਕ ਸੁਣਵਾਈ ਦੌਰਾਨ ਟਰੰਪ ਦੇ ਵਕੀਲ ਜਾਨ ਲਾਰੋ ਨੂੰ ਕਿਹਾ, ਮੈਂ ਤੁਹਾਨੂੰ ਤੇ ਤੁਹਾਡੇ ਮੁਵੱਕਿਲ ਨੂੰ ਇਸ ਮਾਮਲੇ ਦੇ ਬਾਰੇ ਦਿੱਤੇ ਜਨਤਕ ਬਿਆਨਾਂ 'ਚ ਵਿਸ਼ੇਸ਼ ਸਾਵਧਾਨੀ ਵਰਤਣ ਦੀ ਚੇਤਾਵਨੀ ਦਿੰਦੀ ਹਾਂ। ਉਹਨਾਂ ਅੱਗੇ ਕਿਹਾ, ਮੈਂ ਇਹਨਾਂ ਕਾਰਵਾਈਆਂ ਦੀ ਅਖੰਡਤਾ ਦੀ ਰੱਖਿਆ ਲਈ ਜਿਹੜੇ ਵੀ ਜ਼ਰੂਰੀ ਕਦਮ ਹੋਣਗੇ ਉਹ ਉਠਾਵਾਂਗੀ। ਚੁਟਕਨ ਦੀ ਇਹ ਨਸੀਹਤ ਸਾਬਕਾ ਰਾਸ਼ਟਰਪਤੀ ਵਿਰੁੱਧ ਨਵੇਂ ਅਪਰਾਧਿਕ ਕੇਸ 'ਚ ਉਸ ਦੇ ਪਹਿਲੇ ਕੋਰਟਰੂਮ ਸੈਸ਼ਨ ਦੇ ਅੰਤ 'ਚ ਆਈ ਹੈ। ਸੁਣਵਾਈ ਦਾ ਮਕਸਦ ਵਿਸ਼ੇਸ਼ ਵਕੀਲ ਜੈਕ ਸਮਿਥ ਦੇ ਵਕੀਲਾਂ ਅਤੇ ਟਰੰਪ ਦੇ ਵਕੀਲਾਂ ਨੂੰ ਕੇਸ 'ਚ ਸਬੂਤਾਂ ਨੂੰ ਸੰਭਾਲਣ ਬਾਰੇ ਵਿਵਾਦਾਂ ਨੂੰ ਦੂਰ ਕਰਨਾ ਸੀ। ਇਹ ਸੁਣਵਾਈ ਇਸ ਮਾਮਲੇ 'ਚ ਚੁਟਕਨ ਦੀ ਪਹਿਲੀ ਮਹੱਤਵਪੂਰਨ ਪਹਿਲ ਸੀ, ਜਿਸ 'ਚ ਟਰੰਪ ਤੇ 2020 ਦੀਆਂ ਚੋਣਾਂ ਮਗਰੋਂ ਜੋ ਬਾਈਡਨ ਨੂੰ ਸੱਤਾ ਤੋਂ ਲਾਉਣ ਦੇ ਮਕਸਦ ਨਾਲ 3 ਸਾਜ਼ਿਸ਼ਾਂ ਰਚਣ ਦਾ ਦੋਸ਼ ਲਾਇਆ ਗਿਆ ਹੈ। ਟਰੰਪ ਨੇ ਸੋਸ਼ਲ ਮੀਡੀਆ ਤੇ ਵਾਰ-ਵਾਰ ਓਬਾਮਾ ਵੱਲੋਂ ਨਿਯੁਕਤ ਕੀਤੇ ਗਏ ਚੁਟਕਨ ਦੀ ਆਲੋਚਨਾ ਕੀਤੀ ਕਿ ਬਿਨਾਂ ਕਿਸੇ ਆਧਾਰ ਤੇ ਉਹਨਾਂ ਨੂੰ ਅਹੁਦੇ ਤੋਂ ਹਟਾਉਣ ਦੀ ਅਪੀਲ ਵੀ ਕੀਤੀ ਗਈ। ਹਾਲਾਂਕਿ ਟਰੰਪ ਦੇ ਵਕੀਲ ਲਾਰੋ ਨੇ ਟਰੰਪ ਦੀ ਅਪੀਲ ਨੂੰ ਸਵੀਕਾਰ ਨਹੀਂ ਕੀਤਾ ਹੈ। ਇੰਨਾ ਹੀ ਨਹੀਂ, ਟਰੰਪ ਨੇ ਹਾਲ ਹੀ ਦੇ ਦਿਨਾਂ 'ਚ ਮਾਈਕ ਪੇਂਸ ਦੇ ਬਾਰੇ ਵੀ ਟਿੱਪਣੀਆਂ ਕੀਤੀਆਂ ਨੇ, ਜਿਨ੍ਹਾਂ ਦੇ ਇਸ ਮਾਮਲੇ 'ਚ ਮੁੱਖ ਗਵਾਹ ਬਣਨ ਦੀ ਸੰਭਾਵਨਾ ਹੈ। ਚੁਟਕਨ ਨੇ ਕਿਹਾ ਕਿ ਉਹ ਟਰੰਪ ਦੇ ਕਿਸੇ ਵਿਸ਼ੇਸ਼ ਬਿਆਨ ਤੇ ਫੈਸਲਾ ਨਹੀਂ ਦੇ ਰਹੀ ਹੈ, ਪਰ ਉਹਨਾਂ ਨੂੰ ਆਪਣੀਆਂ ਟਿੱਪਣੀਆਂ ਸਾਵਧਾਨੀ ਨਾਲ ਕਰਨੀਆਂ ਚਾਹੀਦੀਆਂ ਨੇ। ਲਾਰੋ ਨੇ ਵਾਰ-ਵਾਰ ਇਸ ਗੱਲ ਤੇ ਜ਼ੋਰ ਦਿੱਤਾ ਕਿ ਟਰੰਪ ਆਪਣੀ ਰਿਹਾਈ ਦੀਆਂ ਸ਼ਰਤਾਂ ਦੀ ਇਮਾਨਦਾਰੀ ਨਾਲ ਪਾਲਣਾ ਕਰਨਗੇ। ਇਹ ਸਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ। ਦੇਖਦੇ ਰਹੋ ਟੀਵੀ ਪੰਜਾਬ। ਕੈਨੇਡਾ 에ਅਰਲਾਈਨ ਨੂੰ $838 ਮਿਲੀਅਨ ਦਾ ਹੋਇਆ ਮੁਨਾਫਾ।
ਦੂਸਰੀ ਤਿਮਾਹੀ ਦੌਰਾਨ 에ਅਰ ਕੈਨੇਡਾ 'ਚ ਦੁਨੀਆ ਭਰ 'ਚ 11 ਮਿਲੀਅਨ ਲੋਕਾਂ ਨੇ ਕੀਤਾ ਸਫ਼ਰ। ਕੈਨੇਡਾ ਨੇ 2024 'ਚ 4,51,000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕਰਨ ਦਾ ਰੱਖਿਆ ਟੀਚਾ। ਇਮੀਗ੍ਰੇਸ਼ਨ ਮੰਤਰੀ ਮਾਰਕ ਮਿਲਰ ਨੇ ਕਿਹਾ ਕੈਨੇਡਾ ਦੇ ਰਿਹਾਇਸ਼ੀ ਸੰਕਟ ਨੂੰ ਵੀ ਨਵੇਂ ਪ੍ਰਵਾਸੀਆਂ ਦੀ ਸਹਾਇਤਾ ਤੋਂ ਬਿਨਾਂ ਨਹੀਂ ਕੀਤਾ ਜਾ ਸਕਦਾ ਹੱਲ। ਦਿਲਜੀਤ ਦੋਸਾਂਝ ਦੀ ਫਿਲਮ ਪੰਜਾਬ 95 ਨੂੰ ਹਟਾਇਆ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ 'ਚੋਂ। ਫਿਲਮ ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ਤੇ ਆਧਾਰਿਤ। ਕੰਜ਼ਰਵੇਟਿਵ ਪਾਰਟੀ ਨੇ ਮਲਟੀ-ਮਿਲੀਅਨ ਡਾਲਰਾਂ ਦੀ ਵਿਗਿਆਪਨ ਮੁਹਿੰਮ ਕੀਤੀ ਸ਼ੁਰੂ। ਵਿਗਿਆਪਨ 'ਚ ਪੀਅਰ ਪੋਲੇਵਰ ਨੂੰ ਇੱਕ ਪਰਿਵਾਰਕ ਵਿਅਕਤੀ ਵਜੋਂ ਦਰਸਾਇਆ ਗਿਆ ਜੋ ਦੇਸ਼ ਨੂੰ ਠੀਕ ਕਰਨਾ ਚਾਹੁੰਦਾ ਹੈ।